ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਅਰਸ਼, ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਜੀ। ਜੌਲ ਸਾਹਿਬ ਮੌਸਮ ਬਹੁਤ ਵਧੀਆ ਜੀ ਐਂਡ ਅਸੀਂ ਤਾਂ ਬਸ ਇਹੀ ਇੱਕ ਬਾਰ-ਬਾਰ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਵੀ ਆਲਵੇਜ਼ ਕਰਦੇ ਹੀ ਹੋ ਆਪਣੇ ਮੈਸੇजेस ਦੇ ਦੌਰਾਨ ਕਿ ਪਾਣੀ ਅਤੇ ਜੋ ਸਨਸਕ੍ਰੀਨ ਇਜ਼ ਅ ਵੈਰੀ ਮਸਟ ਇਨ ਦਿਸ ਵੈਦਰ। ਯੈਸ ਅਰਸ਼, ਇਸ ਤਰ੍ਹਾਂ ਨਾਲ ਜੀ ਜਿਹੜੀ ਇਹ ਸਕਿਨ ਆ ਇਹ ਜਦੋਂ ਸੂਰਜ ਦੀਆਂ ਤੇਜ਼ ਕਿਰਨਾਂ ਨੂੰ ਐਕਸਪੋਜ਼ ਹੋਵੇਗੀ ਤੇ ਫਿਰ ਜਿਹੜਾ ਜੀ ਸਕਿਨ ਤੇ ਡੈਮੇਜਸ ਹੋ ਸਕਦੇ ਆ, ਜਿਹਦੇ ਕਰਕੇ ਜੀ ਵੀ ਇਹ ਹਾਈਡਰੇਟ ਰੱਖਣਾ, ਮਤਲਬ ਕਿ ਸਕਿਨ ਨੂੰ ਖੁਸ਼ਕ ਨਹੀਂ ਹੋਣ ਦੇਣਾ, ਸਿੱਲਾ ਰੱਖਣਾ। ਹੁਣ ਸਿੱਲਾ ਰੱਖਣਾ ਮਾਰਕੀਟ ਦੇ ਵਿੱਚ ਇਹ ਸਨਸਕ੍ਰੀਨ ਦੇ ਬ੍ਰਾਂਡ ਦੇ ਨਾਂ ਤੇ ਬਹੁਤ ਕੁਛ ਮਿਲਦਾ ਜੀ, ਪਰ ਜਾਣੀ ਬਹੁਤਾ ਜ਼ਿਆਦਾ ਮਨੀ ਸਪੈਂਡ ਨਾ ਵੀ ਕਰਨਾ ਹੋਵੇ ਵੀ ਜਿੰਨਾ ਚਿਰ ਬੋਟਲ ਕਿਸੇ ਦੇ ਉੱਤੇ ਨਹੀਂ ਸਨਸਕ੍ਰੀਨ ਲਿਖਿਆ ਡਜ਼ ਨਾਟ ਮੈਟਰ ਵੀ ਤੁਸੀਂ ਉਹ ਤੋਂ ਬਿਨਾਂ ਆਪਣੀ ਸਕਿਨ ਨੂੰ ਪ੍ਰੋਟੈਕਟ ਨਹੀਂ ਕਰ ਸਕਦੇ। ਸੋ ਆਪਣੇ ਆਪ ਦੇ ਵਿੱਚ ਕੋਈ ਵੀ ਥੰਧਿਆਈ ਆ ਨਾ, ਜਿਹੜੀ ਕੋਈ ਵੀ ਜਿਹੜੀ ਫੈਟ ਆ ਨਾ, ਕੋਈ ਵੀ ਜਿਹੜੀ ਕਰੀਮ ਆ, ਉਹ ਸਨਸਕ੍ਰੀਨ ਆ ਜੀ, ਕਿਉਂਕਿ ਤੁਹਾਡੀ ਜਿਹੜੀ ਸਕਿਨ ਆ ਉਹ ਡਰਾਈ ਨਹੀਂ ਹੋਣੀ ਚਾਹੀਦੀ। ਸੋ ਇਸ ਕਰਕੇ ਇਹ ਆ ਜੀ ਵੀ ਆਮ ਤੌਰ ਤੇ ਜਿਹੜੇ ਆਪਾਂ ਕੱਪੜੇ ਵਸਤਰ ਅਰਸ਼ ਪਹਿਨਦੇ ਆ ਨਾ, ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵੀ ਇਹਦਾ ਕੋਈ ਸੰਬੰਧ ਬਹੁਤ ਜ਼ਿਆਦਾ ਧਰਮ ਨਾਲ ਹੋਊਗਾ, ਜਿਹੜੇ ਲੋਕ ਆਪਣਾ ਜ਼ਿਆਦਾ ਬੋਡੀ ਨੂੰ ਕਵਰ ਕਰਕੇ ਰੱਖਦੇ ਆ। ਤੁਸੀਂ ਜਰਾ ਕੁ ਦੇਖੋ ਵੀ ਜਿਹੜੇ ਮੁਲਕਾਂ 'ਚ ਸਾਰਾ ਸਾਲ ਸੂਰਜ ਦੀਆਂ ਤੇਜ਼ ਕਿਰਨਾਂ ਦਾ ਪ੍ਰਕਾਸ਼ ਰਹਿੰਦਾ, ਉੱਥੇ ਆਮ ਤੌਰ ਤੇ ਇਹ ਹੁੰਦਾ ਵੀ ਲੋਕ ਆਪਣੀ ਬੋਡੀ ਨੂੰ ਕਵਰ ਕਰਕੇ ਰੱਖਦੇ ਆ, ਮਤਲਬ ਸਭ ਤੋਂ ਵੱਧ ਕੱਪੜੇ ਉਹਨਾਂ ਦੇ ਪਾਏ ਹੁੰਦੇ ਆ ਜੀ, ਹਾਲਾਂਕਿ ਉੱਥੇ ਗਰਮੀ ਬਹੁਤ ਹੁੰਦੀ ਆ। ਹੁਣ ਇਹਦੇ ਤੋਂ ਸੰਦੇਸ਼ ਕੀ ਮਿਲਦਾ ਵੀ ਜਿਹੜਾ ਇਹ ਕੱਪੜਾ ਆ, ਤੁਹਾਡੀ ਕਲੋਥਿੰਗ ਆ, ਇਹ ਤੁਹਾਡੀ ਬੋਡੀ ਦੀ ਪ੍ਰੋਟੈਕਸ਼ਨ ਵਾਸਤੇ ਵੀ ਆ, ਮਤਲਬ ਹਾਰ ਸ਼ਿੰਗਾਰ ਸਜਣ ਫੱਬਣ ਵਾਸਤੇ ਵੀ ਹੋਊ, ਪਰ ਨਾਲ ਦੀ ਨਾਲ ਤੁਹਾਡੀ ਪ੍ਰੋਟੈਕਸ਼ਨ ਵਾਸਤੇ ਵੀ ਆ ਵੀ ਜੇ ਤੁਸੀਂ ਜਾਣੀ ਨਿੱਕਰ ਪਾਈ ਆ, ਬਨੈਣ ਪਾਈ ਆ, ਜਰਾ ਕੁ ਤਿਲਕੇ ਨਹੀਂ ਤੇ ਰਗੜਾਂ ਲੱਗੀਆਂ ਨਹੀਂ, ਤੇ ਜੇ ਤੁਸੀਂ ਕੋਈ ਪੈਂਟ ਪਜਾਮਾ ਪਾਇਆ, ਤੁਸੀਂ ਬਾਹਾਂ ਤੱਕ ਕਵਰ ਕੀਤਾ ਕੋਈ ਟੀ ਸ਼ਰਟ ਕਮੀਜ਼ ਦੇ ਨਾਲ ਆਪਣੇ ਆਪ ਨੂੰ, ਤੇ ਜੇ ਡਿਗੋਗੇ ਵੀ ਕੂਣੀ ਜਾਂ ਗੋਡਿਆਂ ਭਾਰ, ਤੇ ਤੁਹਾਡੇ ਕੋਲ ਉਹ ਕਲੋਥਿੰਗ ਦੀ ਪ੍ਰੋਟੈਕਸ਼ਨ ਜਿਹੜੀ ਆ ਜੀ ਅਵੇਲੇਬਲ ਆ, ਘੱਟ ਸੱਟ ਲੱਗੂਗੀ। ਇੱਕ ਤਾਂ ਇਹ ਗੱਲ ਆ ਨਾ। ਦੂਸਰਾ ਇਹ ਜਿਹੜੀਆਂ ਤੁਸੀਂ ਕਹਿੰਦੇ ਹੋ ਸੂਰਜ ਦੀਆਂ ਕਿਰਨਾਂ, ਜੇ ਤੁਹਾਡੀ ਬੋਡੀ ਜਿੰਨੀ ਵੱਧ ਕਵਰ ਹੋਊਗੀ, ਜੇ ਉੱਥੇ ਨਹੀਂ ਵੀ ਸਨਸਕ੍ਰੀਨ ਮਲੀ ਹੋਈ, ਸਟਿਲ ਤੁਹਾਡੀ ਬੋਡੀ ਜਿਹੜੀ ਆ ਉਹ ਤੁਹਾਡੀ ਕਲੋਥਿੰਗ ਨੇ ਪ੍ਰੋਟੈਕਟ ਕਰਕੇ ਰੱਖੀ ਹੋਈ ਆ ਜੀ। ਸੋ ਇਸ ਕਰਕੇ ਆਪਾਂ ਇਹ ਮਤਲਬ ਰਿਵਾਜ਼ਾਂ ਦੇ ਮਗਰ ਵੀ ਜਾਣਾ, ਸਨਸਕ੍ਰੀਨ ਦੇ ਮਗਰ ਵੀ ਜਾਣਾ, ਪਰ ਥੋੜਾ ਜਿਹਾ ਆਪਣੇ ਬ੍ਰੇਨ ਤੋਂ, ਦਿਮਾਗ ਤੋਂ ਕੰਮ ਲੈ ਕੇ ਵੀ ਆਪਣਾ ਪਹਿਰਾਵਾ ਵੀ ਉਦਾਂ ਦਾ ਰੱਖਣਾ ਵੀ ਆਪਾਂ ਨੰਗ ਧੜੰਗੇ ਜੇ ਹੋ ਕੇ ਆਪੇ ਹੀ ਨਾਲੇ ਤੇ ਮਤਲਬ ਉੱਥੇ ਉਹ ਐਕਸਪੋਜ਼ ਕੀਤਾ ਹੋਇਆ ਆਪਣੀ ਸਕਿਨ ਨੂੰ, ਤੇ ਨਾਲ ਫਿਰ ਕਹੀਏ ਵੀ ਹੁਣ ਸਾਨੂੰ ਸਨਬਰਨ ਹੋ ਗਿਆ। ਸੋ ਇਸ ਕਰਕੇ ਕਈ ਸਾਰੇ ਤਰੀਕੇ ਆ ਜੀ ਜਿਹਦੇ ਨਾਲ ਆਪਾਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਸੋ ਅੱਜ ਤੇਜ਼ ਕਿਰਨਾਂ ਹੈਗੀਆਂ ਜੀ, ਕੱਲ੍ਹ ਨੂੰ ਕੁਝ ਮੱਠੀ ਹੋ ਜਾਣ ਦੀ ਸੰਭਾਵਨਾ ਹੈ ਕਿਉਂਕਿ ਬੱਦਲਬਾਈ ਦੱਸੀ ਜਾ ਰਹੀ ਹੈ, ਕਿਤੇ ਛੱਟੇ, ਪਰ ਪਰਸੋਂ ਤੋਂ ਬਾਅਦ ਫਿਰ ਧੁੱਪ ਹੈ। ਸੋ ਬੜੀ ਖੁਸ਼ਕਿਸਮਤ ਆ ਆਪਾਂ ਵੀ ਉਨੀ ਜ਼ਿਆਦਾ ਸੂਰਜ ਦੀਆਂ ਤੇਜ਼ ਕਿਰਨਾਂ ਦੀ ਮਾਰ ਇੱਥੇ ਕੈਨੇਡਾ ਦੇ ਵਿੱਚ ਸਾਨੂੰ ਪੈਂਦੀ ਨਹੀਂ। ਸੋ ਲੇਕਿਨ ਕਿ ਇਹ ਆ ਜੀ ਵੀ ਫਿਰ ਵੀ ਇਹ ਆਪਣੇ ਜਿਹੜਾ ਸਕਿਨ ਹੈ ਇਸ ਨੂੰ ਬਚਾ ਕੇ ਰੱਖਣਾ ਜੀ ਆਪਣੇ ਹੱਥ ਹੀ ਹੈ ਜੀ। ਜੌਲ ਸਾਹਿਬ ਆਓ ਫਿਰ ਗੱਲਬਾਤ ਕਰੀਏ ਕੁਛ ਲੋਕਲ ਨਿਊਜ਼ ਦੇ ਬਾਰੇ। ਐਂਡ ਕਾਉਂਸਲਰ ਜਨਰਲ ਆਫ ਇੰਡੀਆ, ਜਿੱਥੇ ਤੁਹਾਨੂੰ ਪਤਾ ਹੀ ਉਹਨਾਂ ਦਾ ਹੈਡ ਆਫਿਸ ਡਾਊਨਟਾਊਨ ਟੋਰਾਂਟੋ ਦੇ ਵਿੱਚ ਹੈ ਜੀ। ਮੈਂ ਤਾਂ ਕਹਿੰਦਾ ਬਹੁਤ ਵਧੀਆ ਗੱਲ ਹੈ ਜੀ, ਨਵੀਂ ਲੋਕੇਸ਼ਨ ਲੱਭ ਰਹੇ ਨੇ ਜੀ ਵੈਸਟ ਐਂਡ ਦੇ ਵਿੱਚ, ਤੇ ਦਿਸ ਇਜ਼ ਅ ਵੈਰੀ ਬਿਗ ਨਿਊਜ਼ ਬਿਕਾਜ਼ ਕਾਫੀ ਲੋਕਾਂ ਨੂੰ ਥੋੜ੍ਹੀ ਜਿਹੀ ਤਕਲੀਫ ਹੁੰਦੀ ਆ ਡਾਊਨਟਾਊਨ ਕੋਰ ਦੇ ਵਿੱਚ ਜਾਣਾ, ਪਹਿਲਾਂ ਹਾਈਵੇ ਲੈ ਕੇ ਜਾਣਾ, ਫਿਰ QEW, ਫਿਰ DVP, ਫਿਰ ਬਹੁਤ ਕੁਛ ਕਾਫੀ ਘੰਟੇ ਉੱਥੇ ਰਸਤੇ ਦੇ ਵਿੱਚ ਹੀ ਲੱਗ ਜਾਂਦੇ ਨੇ ਜੀ। ਸੋ ਆਈ ਥਿੰਕ ਕਿ ਜੇ ਉਹ ਵੈਸਟ ਐਂਡ ਦੇ ਵਿੱਚ ਆ ਜਾਣ ਤਾਂ ਬਹੁਤ ਕਹਿ ਲਓ ਕਿ ਸੌਖਾ ਹੋ ਜਾਵੇਗਾ ਜੀ ਪਬਲਿਕ ਦੇ ਵਾਸਤੇ। ਯੈਸ ਸਰ, ਇਹ ਦੇਖੋ ਪਿਛਲੇ ਦਿਨੀ ਧੀਰਜ ਪਾਰੀ ਖੋਨਾ ਨਾਲ ਕੌਂਸਲ ਜਨਰਲ ਤੋਂ ਜਦੋਂ ਗੱਲ ਹੋਈ ਜੀ, ਤੇ ਵੈਸੇ ਤੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨਾਲ ਇਹ ਡਿਸਕਸ਼ਨਸ ਵੀ ਚੱਲਦੀਆਂ ਕਮਿਊਨਿਟੀ ਦੀਆਂ, ਕਿਉਂਕਿ ਲੋਕਾਂ ਨੂੰ ਆਪਾਂ ਦੇਖੋ ਜੀ ਵੀ ਡਾਊਨਟਾਊਨ ਟੋਰਾਂਟੋ ਦੇ ਵਿੱਚ ਅੱਜ ਤੋਂ 40 ਸਾਲ ਪਹਿਲਾਂ ਸਿਚੁਏਸ਼ਨ ਡਿਫਰੈਂਟ ਸੀ। ਪਾਪੂਲੇਸ਼ਨ ਆਪਣੀ ਉੱਧਰ ਸੀਗੀ ਸਕਾਰਬੋਰੋ, ਬਾਕੀ ਟੋਰਾਂਟੋ ਅਜੇ ਇੱਧਰ ਮਾਲਟਨ, ਦੂਸਰਾ ਬਰੈਂਪਟਨ ਵਗੈਰਾ ਨਹੀਂ ਸੀ ਉਹਨੇ ਡਿਵੈਲਪ ਹੋਏ, ਪਰ ਜਿਉਂ ਹੁਣ ਪਾਪੂਲੇਸ਼ਨ ਅੱਗੋਂ ਫੈਲੀ ਹੈ ਉਸ ਲਿਹਾਜ਼ ਨਾਲ, ਪਰ ਕੌਂਸਲੇਟ ਉੱਥੇ ਦਾ ਉੱਥੇ ਹੀ ਹੈ।
ਉਹਦੇ ਨਾਲ ਫਿਰ ਕੀ ਆ ਜੀ ਵੀ ਉੱਥੇ ਇੱਕ ਤਾਂ ਹੁਣ ਪਾਰਕਿੰਗ ਦਾ ਹੀ ਬੜਾ ਵੱਡਾ ਚੈਲੰਜ ਆ ਜੇ ਜਾਣਾ ਹੀ ਹੋਵੇ ਓ ਯਾ ਐਕਸਪੈਂਸਿਵ ਹਨਾ, ਤੇ ਬਹੁਤ ਸਾਰੇ ਲੋਕਾਂ ਨੂੰ ਉੱਥੇ ਬਾਹਰ ਟਿਕਟਾਂ ਲੱਗ ਜਾਂਦੀਆਂ ਜਾਂ ਫਿਰ ਪਾਰਕਿੰਗ ਦੀ ਜਿਹੜੀ ਆ ਉਹ ਭਾਰੀ ਭਰਕਮ ਫੀ ਜਿਹੜੀ ਆ ਉੱਥੇ ਚਾਰਜ ਕੀਤੀ ਜਾਂਦੀ ਆ। ਤੇ ਦੂਸਰਾ ਜਿਹੜਾ ਡਰਾਈਵ ਟਾਈਮ ਆ ਜੀ, ਤੁਸੀਂ ਇੱਥੋਂ ਬਰੈਂਪਟਨ ਤੋਂ, ਗੁਆਲਫ ਤੋਂ, ਇੱਧਰੋਂ ਕਿਤੇ ਵੀ ਜਾਣਾ ਹੋਵੇ, ਉਧਰੋਂ ਸਟੋਵਿਲ ਤੋਂ, ਦੂਰ ਦੁਰਾਡੇ ਤੋਂ ਜਾਣੀ ਕਿ ਆਉਣਾ ਹੋਵੇ ਤੇ ਤੁਹਾਡੇ ਵਾਸਤੇ ਬਹੁਤ ਚੈਲੰਜ ਆ। ਵੀ ਹੁਣ ਇਹ ਹੁੰਦਾ ਵੀ ਕੌਂਸਲੇਟ ਜਨਰਲ ਐਮਬੈਸੀ ਕਿਸੇ ਦੇਸ਼ ਦੀ ਉੱਥੇ ਲੋੜ ਆ ਜਿੱਥੇ ਉਹਨਾਂ ਦੇ ਲੋਕ ਵੀ ਆ, ਕਮਿਊਨਿਟੀ ਵੀ ਆ। ਹੁਣ ਇਸ ਵੇਲੇ ਲੱਗ ਰਿਹਾ ਵੀ ਕੌਂਸਲੇਟ ਜਨਰਲ ਤਾਂ ਉੱਥੇ ਡਾਊਨਟਾਊਨ ਚ ਆ, ਪਰ ਉੱਥੇ ਕੋਈ ਪਾਪੂਲੇਸ਼ਨ ਕੋਈ ਜੀ ਤਾਂ ਰਹਿੰਦਾ ਨਹੀਂ ਹੈ। ਉਹਨਾਂ ਦੀ ਸਰਵਿਸ ਦੀ ਡਾਇਰੈਕਟਲੀ ਉੱਥੋਂ ਬਹੁਤ ਫੈਸਿਲਿਟੀ ਹੋਵੇ ਵੀ ਆਹ ਲੋਕੇਸ਼ਨ ਬਹੁਤ ਢੁਕਵੀਂ ਆ ਉਹਨਾਂ ਵਾਸਤੇ। ਸੋ ਜਿਸ ਕਰਕੇ ਇਹ ਅੱਜ ਵੀ ਬਹੁਤ ਇਹ ਸਮਝਿਆ ਜਾ ਰਿਹਾ ਸੀ ਜਿਉਂ-ਜਿਉਂ ਕਿਉਂਕਿ ਹੁਣ ਪਾਪੂਲੇਸ਼ਨ ਅੱਗੇ ਤੁਰੀ ਆ ਤੇ ਹੁਣ ਨਵੀਂ ਲੋਕੇਸ਼ਨ ਦੀ ਉਹਨਾਂ ਨੇ ਕਨਫਰਮ ਕੀਤਾ ਸੀਗਾ ਵੀ ਭਾਲ ਅਸੀਂ ਕਰ ਰਹੇ ਹਾਂ ਜੀ। ਤੇ ਕਮਿਊਨਿਟੀ ਨੂੰ ਇਹ ਉਹਨਾਂ ਨੇ ਰਿਕੁਐਸਟ ਵੀ ਵੈਸੇ ਕੀਤੀ ਆ ਵੀ ਕੋਈ ਉਹ ਲੋਕੇਸ਼ਨ ਸੁਜੈਸਟ ਕਰ ਸਕਦੇ ਆ, ਉਹਨਾਂ ਨੂੰ ਫੀਡਬੈਕ ਦੇ ਸਕਦੇ ਆ ਵੀ ਇੱਦਾਂ ਕਰਕੇ ਇੱਥੇ ਕਰ ਲਓ। ਹਾਂਜੀ, ਕਿਉਂਕਿ ਕਾਫੀ ਸਾਰੀਆਂ ਬਿਲਡਿੰਗਸ ਜਿਹੜੀਆਂ ਇਹ ਕੁਈਨ ਹਾਈਵੇ 7 ਤੇ ਗੋਰ ਰੋਡ ਏਰੀਆ ਦੇ ਵਿੱਚ ਵੀ ਬਣ ਰਹੀਆਂ, ਕਿਉਂਕਿ ਪੀਲ ਰੀਜਨ ਆ ਜਿਹੜਾ ਤੁਹਾਨੂੰ ਪਤਾ ਵੀ ਆਪਣੀ ਵੱਡੀ ਗਿਣਤੀ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਵਸੋਂ ਹੈ ਜੀ। ਉਹਦੇ ਨਾਲ ਫਿਰ ਈਟੋਬੀਕੋ ਵੀ ਜਿਹੜਾ ਜੀ ਵੀ ਇਹ ਕਾਫੀ ਸਾਰਾ ਏਰੀਆ ਜਿਹੜਾ ਕੈਲੇਡਨ ਤੱਕ ਪਾਪੂਲੇਸ਼ਨ ਫੈਲੀ ਆ, ਕਾਫੀ ਉਹਨਾਂ ਦੇ ਵਾਸਤੇ ਫੈਸਿਲਿਟੀ ਹੋ ਸਕਦੀ ਆ। ਸੋ ਇਸ ਵੇਲੇ ਉਹ ਬਿਲਡਿੰਗ ਲੱਭਣ ਦੀ ਪ੍ਰੋਸੈਸ ਦੇ ਵਿੱਚ ਹੈਗੇ ਨੇ ਤੇ ਜੇ ਕਿਸੇ ਕੋਲੇ ਦੇ ਬਾਰੇ ਕੋਈ ਕੰਸਟਰਕਟਿਵ ਕੋਈ ਵਧੀਆ ਸੁਜੈਸ਼ਨ ਹੈਗੀ ਆ ਵੀ ਆਹ ਜਿਹੜੀ ਬਿਲਡਿੰਗ ਲੱਗਦਾ ਵੀ ਇੱਥੇ ਕੌਂਸਲੇਟ ਜਨਰਲ, ਕਿ ਉਹਨਾਂ ਨੇ ਸੇਫਟੀ ਸਿਕਿਉਰਿਟੀ ਸਾਰੇ ਉਹ ਇਸ਼ੂਜ਼ ਦੇਖਣੇ ਆ ਹਨਾ, ਤੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਜੀ ਵੀ ਪਾਰਕਿੰਗ ਜਿਹੜੀ ਆ ਉਹ ਇਨਫ ਹੋਣੀ ਚਾਹੀਦੀ। ਹੁਣ ਜੇ ਤੁਸੀਂ ਨਵੀਂ ਲੋਕੇਸ਼ਨ ਲੈਣੀ ਆ ਤੇ ਫਿਰ ਅੱਧਾ ਅਧੂਰਾ ਕੰਮ ਨਾ ਕਰਿਓ ਤੇ ਪੂਰਾ ਜਾਣੀ ਕਿ ਲੋਕਾਂ ਨੂੰ ਜਾਣੀ ਪਾਰਕਿੰਗ ਦੇ ਜਿਹੜੇ ਭਾਰੀ ਭਰਕਮ ਚਾਰਜਸ ਆ ਵੀ ਜਾਂ ਉੱਥੇ ਕੋਈ ਟਾਈਮ ਲਿਮਿਟ, ਇਹ ਸਾਰਾ ਖਿਆਲ ਰੱਖਿਓ। ਸੋ ਇਸ ਬਾਰੇ ਉਹ ਬੜੇ ਪੋਜ਼ਿਟਿਵ ਸੀਗੇ ਵੀ ਪਾਰਕਿੰਗ ਨੈਚੁਰਲੀ ਸਾਡੀ ਵੀ ਇਹ ਪ੍ਰੈਫਰੈਂਸ ਆ ਜੀ। ਤੇ ਦੂਜਾ ਇਹ ਆ ਜੀ ਵੀ ਈਟੋਬੀਕੋ ਦੇ ਵਿੱਚ ਕੋਈ ਪ੍ਰੈਫਰਡ ਹੋ ਸਕਦੀ ਆ ਲੋਕੇਸ਼ਨ, ਕਿਉਂਕਿ ਉਹਨਾਂ ਨੂੰ ਪੂਰੀ ਦੀ ਪੂਰੀ ਐਟਲੀਸਟ ਫਲੋਰ ਚਾਹੀਦੀ ਆ ਜਿਹੜੀ ਉੱਥੇ 365 ਬਲੂਰ ਸਟਰੀਟ ਆ ਵੀ ਉਹਨਾਂ ਦੇ ਕੋਲ ਪੂਰੀ ਦੀ ਪੂਰੀ ਜਿਹੜਾ ਉਹ 7ਵੀਂ ਫਲੋਰ ਆ। ਸੋ ਕਿਉਂਕਿ ਕਾਫੀ ਵੱਡਾ ਆਪਰੇਸ਼ਨ ਹੈ ਕੌਂਸਲੇਟ ਜਨਰਲ ਦਾ ਇੰਡੀਆ ਦੇ ਦਾ ਇੱਥੇ। ਸੋ ਉਸ ਲਿਹਾਜ਼ ਨਾਲ ਇਹ ਹੈ ਜੀ ਵੀ ਉਹ ਸਾਰਾ ਉਹਨਾਂ ਨੇ ਆਪਣੀ ਅਸੈਸਮੈਂਟ ਦੇਖਣੀ ਆ ਤੇ ਫਿਰ ਜਿਹੜਾ ਉਹ ਬਿਲਡਿੰਗ ਜਿਹੜੀ ਉਹਨਾਂ ਨੇ ਪਾਸ ਕਰਨੀ ਆ ਲੋਕੇਸ਼ਨ। ਸੋ ਕਿਸੇ ਕੋਲ ਵੀ ਕਮਿਊਨਿਟੀ ਦੇ ਕੋਲ ਸੁਜੈਸ਼ਨ ਹੋਵੇ ਵੀ ਇਹ ਇੱਥੇ ਸਭ ਤੋਂ ਸੁਟੇਬਲ ਜਿਹੜਾ ਜੀ ਵੀ ਹੁਣ ਕੌਂਸਲੇਟ ਜਨਰਲ ਇੰਡੀਆ ਦਾ ਹੋ ਸਕਦਾ ਤਾਂ ਕਿ ਲੋਕਾਂ ਨੂੰ ਫੈਸਿਲਿਟੀ ਹੋ ਸਕੇ, ਇਹਦੇ ਲਈ ਜੀ ਫਿਰ ਉਹ ਕੰਟੈਕਟ ਕੀਤਾ ਜਾ ਸਕਦਾ ਤੇ ਆਪਣੀ ਜਿਹੜੀਆਂ ਸਲਾਹਾਂ ਉਹ ਦਿੱਤੀਆਂ ਜਾ ਸਕਦੀਆਂ। ਆਪਣਾ ਕੰਮ ਸਿਰਫ ਭੈਣ ਭਰਾਵਾਂ ਦਾ ਦੁੱਖ ਦਰਦ ਐਡਮਿਨਿਸਟ੍ਰੇਸ਼ਨ ਤੱਕ, ਅਥਾਰਟੀ ਤੱਕ, ਗਵਰਨਮੈਂਟ ਤੱਕ ਪਹੁੰਚਾਉਣਾ ਆ। ਜੀ ਬਿਲਕੁਲ ਬਿਲਕੁਲ। ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਜਿਹੜੇ ਇਹ ਐਮਪੀਪੀ ਐਮਪੀ ਆ, ਇਹਨਾਂ ਦਾ ਪਹਿਲਾ ਕਰਤੱਵ ਕੰਮ ਇਹ ਆ ਵੀ ਆਪਣੀ ਸਰਕਾਰ ਦੀਆਂ ਸਿਫਤਾਂ ਕਰਨੀਆਂ, ਉਹਨਾਂ ਦੇ ਸੋਲੇ ਗਾਉਣੇ। ਇਸ ਕੰਮ ਦੀਆਂ ਉਹਨਾਂ ਨੂੰ ਤਨਖਾਹਾਂ, ਬੈਨੀਫਿਟ, ਸਟਾਫ, ਬਜਟ, ਸਭ ਕੁਛ ਹਰ ਤਰ੍ਹਾਂ ਦਾ ਮਤਲਬ ਹਾਂਜੀ ਉਹਨਾਂ ਨੂੰ ਫਾਇਦਾ ਮਿਲਦੇ ਆ ਜੀ। ਮੀਡੀਆ ਨੂੰ ਨਹੀਂ ਕੋਈ ਮਿਲਦਾ ਤੇ ਨਾ ਅਸੀਂ ਇਸ ਤਰ੍ਹਾਂ ਦੀ ਕੋਈ ਇੱਛਾ ਰੱਖੀ ਆ। ਪਰ ਹੁਣ ਤੁਸੀਂ ਦੇਖੋ ਵੀ ਐਮਪੀਪੀ ਐਮਪੀਜ਼ ਉਹ ਤੇ ਇੱਕ ਪੂਰਾ ਸਿਸਟਮ ਆ ਵੀ ਉਹ ਸਰਕਾਰ ਦੀਆਂ ਸਿਫਤਾਂ ਕਰ ਸਕਣ ਆਪਣੀ ਰਾਈਡਿੰਗ ਦੇ ਵਿੱਚ ਲੋਕਾਂ ਦੇ ਵਿੱਚ ਜਾ ਕੇ। ਪਰ ਹੁਣ ਜੇ ਮੀਡੀਆ ਵੀ ਇਦਾਂ ਹੀ ਕਰਨ ਲੱਗ ਗਿਆ, ਕਿਉਂਕਿ ਇਲੈਕਟ ਹੋਣ ਤੋਂ ਪਹਿਲਾਂ ਸੁਭਾਅ ਕੈਂਡੀਡੇਟ ਦਾ ਹੋਰ ਹੁੰਦਾ, ਚੁਣ ਕੇ ਉਹਦਾ ਹੁੰਦਾ ਵੀ ਹੁਣ ਸਿਫਤਾਂ ਹੀ ਕਰੀ ਜਾਣ ਇਹ। ਤੇ ਵੀ ਜੇ ਮੀਡੀਆ ਵੀ ਉਹਨਾਂ ਦੇ ਮਗਰ ਲੱਗ ਕੇ ਸਿਫਤਾਂ ਹੀ ਕਰਨ ਲੱਗ ਗਿਆ ਤੇ ਫਿਰ ਜਿਹੜੇ ਕੰਮ ਅੱਧੇ ਅਧੂਰੇ ਆ ਉਹਨਾਂ ਨੂੰ ਚੇਤੇ ਕੌਣ ਕਰਾਊ ਵੀ ਭਾਈ ਆਹ ਹਲੇ ਰਹਿੰਦੇ ਆ, ਤੁਸੀਂ ਕਹਿਤਾ ਜੀ ਆਹ ਕਰਤਾ ਉਹ ਕਰਤਾ, ਇੱਧਰ ਫੰਡਿੰਗ ਲੈਣ ਦੀ ਆਪਾਂ ਦੱਸਣਾ ਹੁੰਦਾ ਵੀ ਤੁਸੀਂ ਏਦਾਂ ਵੀ ਕਿਹਾ ਸੀ, ਤੁਸੀਂ ਆਹ ਵੀ ਪ੍ਰੋਮਿਸ ਕੀਤਾ ਸੀ, ਉਹ ਤਾਂ ਹਲੇ ਰਹਿੰਦਾ, ਇਹ ਵੀ ਕਰੋ। ਰਾਈਟ। ਸੋ ਇਸ ਕਰਕੇ ਆ ਜੀ ਵੀ ਸਾਡਾ ਆਪਣਾ ਮੀਡੀਆ ਦਾ ਕੰਮ ਆ ਵੀ ਭੈਣ ਭਰਾਵਾਂ ਨੂੰ ਜੇ ਤਕਲੀਫ ਆ ਡਾਊਨਟਾਊਨ ਦੇ ਵਿੱਚ ਜਾ ਕੇ ਉੱਥੇ ਸਰਵਿਸ ਲੈਣ ਦੇ ਵਿੱਚ ਕੌਂਸਲੇਟ ਜਨਰਲ ਇੰਡੀਆ ਤੋਂ, ਤੇ ਉਹਨਾਂ ਨੂੰ ਇਹਦੇ ਲਈ ਮੋਟੀਵੇਟ ਕਰੀਏ, ਉਹਨਾਂ ਨੂੰ ਦੱਸਿਆ ਜਾਵੇ ਕਿ ਆਹ ਇਸ ਵੇਲੇ ਕਮਿਊਨਿਟੀ ਦੀ ਜਿਹੜੀ ਉਹ ਰਿਕੁਐਸਟ ਆ ਜੀ। ਬਿਲਕੁਲ। ਤੇ ਬਾਕੀ ਹੈ ਜੀ ਵੀ ਕੰਮ ਮਤਲਬ ਕਮਿਊਨਿਟੀ ਨੇ ਫਿਰ ਅੱਗੋਂ ਆਪਣੇ ਤਰੀਕੇ ਦੇ ਨਾਲ ਆਪ ਉਹਨਾਂ ਦੇ ਕੋਲੋਂ ਕਰਾਉਣਾ। ਸਾਡਾ ਕੰਮ ਤੇ ਇਹ ਫੀਡਬੈਕ ਉਧਰੋਂ ਇੱਧਰ ਨੂੰ ਪਹੁੰਚਾ ਦੇਣਾ, ਇੱਧਰੋਂ ਉੱਧਰ ਨੂੰ ਪਹੁੰਚਾ ਦੇਣਾ। ਇੰਨੇ ਕਿ ਅਸੀਂ ਇੰਨਾ ਹੀ ਖਿਆਲ ਰੱਖਣਾ ਵੀ ਲੋਕਾਂ ਦਾ ਦੁੱਖ ਦਰਦ ਅਸੀਂ ਉੱਥੇ ਪਹੁੰਚਾਉਣਾ ਆ ਜਿਹੜਾ ਕਿ ਆਮ ਤੌਰ ਤੇ ਕਈ ਵਾਰੀ ਹੋ ਸਕਦਾ ਐਮਪੀਪੀ ਤਾਂ ਐਮਪੀ ਕਿਉਂਕਿ ਇੰਨੇ ਬਿਜ਼ੀ ਹੁੰਦੇ ਉਹ ਨਾ ਪਹੁੰਚਾ ਸਕਦੇ ਜੀ। ਬਿਲਕੁਲ ਬਿਲਕੁਲ ਜੀ। ਪਰ ਉਹ ਸਿਫਤਾਂ ਪਹੁੰਚਾਉਣ 'ਚ ਢਿੱਲ ਨਹੀਂ ਕਰਦੇ ਜਾਂ ਕਰਦੀਆਂ, ਉਹ ਸਿਫਤਾਂ ਪਹੁੰਚਾ ਦਿੰਦੇ ਆ। ਪਰ ਜਿਹੜੇ ਇਹ ਨੁਕਸਿਆ ਜਿਹੜੀ ਘਾਟਾਂ ਰਹਿ ਜਾਂਦੀਆਂ ਉਹ ਮੀਡੀਆ ਨੂੰ ਦੱਸਣੀਆਂ ਪੈਂਦੀਆਂ ਤੇ ਕਈ ਵਾਰੀ ਜਾਣੀ ਉਹ ਜਿੰਨ ਨਹੀਂ ਉਹਨਾਂ ਨੂੰ ਤੁਰੇ ਜਾਂਦੇ ਦਿਸਦੇ ਤੇ ਸਿਫਤਾਂ ਵਾਲੀਆਂ ਕੀੜੀਆਂ ਵੀ ਦਿਸ ਪੈਂਦੀਆਂ ਉਹਨਾਂ ਨੂੰ। ਇਸ ਕਰਕੇ ਆ ਜੀ ਵੀ ਸਾਡਾ ਆਪਣਾ ਇੰਨੀ ਕੁ ਡਿਊਟੀ ਆ ਮੀਡੀਆ ਦੇ ਵਿੱਚ ਕਿ ਅਸੀਂ ਇੱਕ ਬ੍ਰਿਜ ਆ ਜਿਹੜਾ ਉਹ ਆਜ਼ਾਦ ਬ੍ਰਿਜ ਜਿਹੜਾ ਜੀ ਨਿਰਪੱਖ ਬਣਿਆ ਰਵੇ ਜੀ, ਉਹ ਭੂਮਿਕਾ ਆਪਾਂ ਅਦਾ ਕਰਨ ਦੀ ਕੋਸ਼ਿਸ਼ ਕਰੇ। ਜੋਤ ਸਾਹਿਬ, ਕੱਲ ਦੀ ਖਬਰ ਕਾਫੀ ਅਫਸੋਸ ਵਾਲੀ ਸੀ ਕਿ ਇੱਕ ਮਾਂ ਨੇ ਆਪਣੇ ਬੱਚੇ ਨੂੰ ਉਹ ਵੀ 23 ਸਾਲਾ ਓਲਡ ਉਸਦੀ ਮੌਤ ਹੋ ਚੁੱਕੀ ਪਾਰਕਡ ਵਹੀਕਲ ਦੇ ਵਿੱਚ ਹਾਈ ਸਕੂਲ ਦੇ ਬਾਹਰ। ਉਹ ਆਪ ਇੱਕ ਟੀਚਰ ਸੀ। ਬੈਂਕਕ੍ਰਾਫਟ ਆਂਟੇਰੀਓ ਦੇ ਵਿੱਚ ਇਹ ਹਾਦਸਾ ਹੋਇਆ।
एक काफी it's a very shocking news कि how could you forget your 23-month-old kid? ਹਰਸ਼ ਉਦੋਂ ਜਦੋਂ ਕਿ ਤੁਸੀਂ ਹਾਈ ਸਕੂਲ ਦੇ ਟੀਚਰ ਹੋ, I know. ਹੈ ਹਾਈ ਸਕੂਲ ਦੇ ਟੀਚਰ। ਹੁਣ ਆਪਾਂ ਜਦੋਂ ਗਰਮੀ ਦੀ ਰੁੱਤ ਹੱਲੇ ਸ਼ੁਰੂ ਹੋਣੀ ਹੁੰਦੀ ਆ ਤੇ ਗੱਲ ਕਰਨਾ ਸ਼ੁਰੂ ਕਰਦੇ ਆ ਵੀ ਭਾਈ ਡੁੱਬ ਕੇ ਮਰਨ ਤੋਂ ਬਚਣਾ, ਉਹ ਭਾਈ ਤੇਜ਼ੀਆਂ ਤਰਾਰੀਆਂ ਮੋਟਰਸਾਈਕਲਾਂ ਦੀਆਂ, ਬਾਕੀ ਸਾਈਕਲਾਂ ਦੀਆਂ ਸਾਰੀਆਂ ਸਾਵਧਾਨੀਆਂ ਵਰਤਣਾ, ਬਚਣਾ ਹੈ। ਇਹਦੇ ਨਾਲ ਹੀ ਫਿਰ ਆਪਾਂ ਆਮ ਤੌਰ ਤੇ ਸ਼ੁਰੂ ਕਰ ਦਿੰਦੇ ਹੁੰਦੇ ਆ ਵੀ ਗਰਮੀਆਂ ਦੇ ਵਿੱਚ ਤੁਸੀਂ ਭਾਈ ਆ ਜਦੋਂ ਗੱਡੀਆਂ ਆਪਣੀਆਂ ਪਾਰਕ ਕਰਨੀਆਂ ਉਹਦੇ ਵਿੱਚ ਆਪਣੇ ਬੱਚੇ ਤੇ ਪਾਲਤੂ ਕੁੱਤੇ ਨਹੀਂ ਛੱਡ ਕੇ ਗੱਡੀ ਬੰਦ ਕਰਕੇ ਜਾਣਾ। ਪਰ US ਦੇ ਵਿੱਚ, ਕੈਨੇਡਾ 'ਚ ਇੱਥੇ ਆਮ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਵੀ ਬਹੁਤ ਸਾਰੇ ਪੇਰੈਂਟਸ ਨੈਗਲੀਜੈਂਸ ਵੀ ਕਰਦੇ ਆ, ਚਾਰਜ ਵੀ ਹੁੰਦੇ ਨੇ, ਮਾਵਾਂ ਅਰੈਸਟ ਹੋਈਆਂ ਨੇ ਕਿ ਵੀ ਉਹਨਾਂ ਨੇ ਬੱਚਾ ਗੱਡੀ ਦੇ ਵਿੱਚ ਬੰਦ ਕਰਕੇ ਜੀ ਵੀ ਚਲ ਗਈਆਂ ਬਾਰ ਵਿੱਚ, ਰੈਸਟੋਰੈਂਟ ਵਿੱਚ ਖਾਣ ਪੀਣ, ਮੌਜਾਂ ਕਰਨ ਵਗੈਰਾ, ਡੇਟ ਤੇ ਬਹੁਤ ਵਾਰੀ ਏਦਾਂ ਹੀ। ਜਾਣੀ ਕਿ ਵੀ ਇਹ ਵੀ ਆਮ ਵਾਪਰਦਾ ਵੀ ਜਾਣੀ ਜਿਹੜੇ ਇਹ ਬੱਚੇ ਆ ਜਦੋਂ ਅਸੀਂ ਸ਼ਾਪਿੰਗ ਕਰਨ ਜਾਂਦੇ ਆ ਉਦੋਂ ਗੱਡੀ 'ਚ ਛੱਡ ਕੇ ਚਲੇ ਗਏ ਜੀ, ਹੈ ਨਾ। ਸੋ ਇਸ ਕਰਕੇ ਇਹ ਅੱਜ ਵੀ ਬੇਧਿਆਨੀਆਂ ਹੁੰਦੀਆਂ ਨੇ ਤੇ ਇਹ ਬਹੁਤ ਵੱਡੀ ਜਿਹੜੀ ਹੁਣ ਬੇਧਿਆਨੀ ਸਾਹਮਣੇ ਇਹ ਆਈ ਆ ਮਦਰ ਦੀ, ਉਦੋਂ ਜਦੋਂ ਕਿ ਅਫਸੋਸ ਹੁੰਦਾ ਵੀ ਉਹ ਟੀਚਰ ਵੀ ਹੈ ਵੀ ਹੁਣ ਕਿੰਨੀ ਕੁ ਉਹ ਸਫਲ ਟੀਚਰ ਹੈ, ਬੱਚਿਆਂ ਨੂੰ ਵੀ ਕੀ ਉਹਦਾ ਦਿਮਾਗੀ ਹਾਲਤ ਕੀ ਹੈ ਉਹ ਚਲੋ ਤਾਂ ਹੁਣ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਵੀ ਐਲੀਜੀਬਿਲਿਟੀ ਬਣਦੀ ਵੀ ਹੈ ਐਜ਼ ਟੀਚਰ ਕਿ ਨਹੀਂ। ਸੋ ਕੁੱਲ ਮਿਲਾ ਕੇ ਇਹ ਅੱਜ ਵੀ ਪਰਿਵਾਰ ਤਾਂ ਹੁਣ ਤੁਹਾਨੂੰ ਪਤਾ ਵੀ ਉੱਥੇ ਨਿੱਕਾ ਜਿਹਾ ਇਹ ਬੈਂਕਕ੍ਰਾਫਟ ਕੋਈ ਬਹੁਤਾ ਵੱਡਾ ਸਿਟੀ ਨਹੀਂ ਹੈਗਾ ਤੇ ਇੱਕ ਦੂਜੇ ਨੂੰ ਸਾਰੇ ਤਕਰੀਬਨ ਲੋਕ ਜਾਣਦੇ ਆ ਲੰਬੇ ਸਮੇਂ ਤੋਂ। ਸੋ ਕਾਫੀ ਰਿਸਪੈਕਟਡ ਫੈਮਿਲੀ ਹੈਗੀ ਆ, ਇਹ ਸਮਿਥ ਪਰਿਵਾਰ ਹੈ। ਸੋ ਇਸ ਸਮਿਥ ਫੈਮਿਲੀ ਦੇ ਵਿੱਚ ਇਹ ਅੱਜ ਵੀ ਬੱਚਾ ਇਹਦੇ 2 ਸਾਲ ਦਾ ਵੀ ਉਮਰ ਪੂਰੀ ਨਹੀਂ ਸੀ ਕੀਤੀ ਤੇ ਮਾਂ ਦਾ ਇਸ ਤਰ੍ਹਾਂ ਸੀ ਜੀ ਵੀ ਉਹ ਜਦੋਂ ਘਰੋਂ ਜਾਣਾ ਹੁੰਦਾ ਸੀ ਤੇ ਰਾਹ ਵਿੱਚ ਡੇ ਕੇਅਰ ਦੇ ਵਿੱਚ ਬੱਚੇ ਨੂੰ ਅਰਸ਼ ਛੱਡ ਕੇ ਤੇ ਫਿਰ ਆਪਣੇ ਉਹ ਸਕੂਲ ਜਾਂਦੀ ਹੁੰਦੀ ਸੀਗੀ ਵਾਸਤੇ। ਪਰ ਉਦਾਂ ਹੁਣ ਇਹ ਕੀ ਮਤਲਬ ਸਾਰੀ ਸੰਭਾਵਨਾ ਬਣੀ ਆ ਕਿ ਵੀ ਉਹ ਰਾਹ ਦੇ ਵਿੱਚ ਡੇ ਕੇਅਰ ਆਈ ਲੇਕਿਨ ਭੁੱਲ ਗਈ। ਡੇ ਕੇਅਰ ਤੋਂ ਗਾਂਹ ਜਾਣੀ ਕਿ ਬੱਚਾ ਵੀ ਹੁਣ ਉਹ 2 ਸਾਲ ਦਾ ਪਤਾ ਨਹੀਂ ਚੁੱਪ ਕਰਕੇ ਬੈਠਾ ਹੋਊ ਜਾਂ ਕਿਤੇ ਸੁੱਤਾ ਹੀ ਹੋਊਗਾ, ਇਹ ਤਾਂ ਹੁਣ ਨਹੀਂ ਪਤਾ। ਨਹੀਂ ਤੇ ਆਮ ਤੌਰ ਤੇ ਬੱਚੇ ਕਿੱਥੇ ਆਰਾਮ ਨਾਲ ਗੱਡੀਆਂ ਦੇ ਵਿੱਚ ਬਹਿੰਦੇ ਆ, ਸਕਦੇ ਆ ਹਨਾ। ਤੇ ਉਹ ਵੀ ਮੁੜ ਕੇ ਜਦੋਂ ਉਹਨੇ ਸਕੂਲ ਯੂਜ਼ਲੀ ਜਿਸ ਤਰ੍ਹਾਂ ਗੱਡੀ ਜਾ ਕੇ ਪਾਰਕ ਕਰਦੀ ਸੀ ਤੇ ਉਹ ਗੱਡੀ ਪਾਰਕ ਕਰਕੇ ਬੰਦ ਕਰਕੇ ਆਪਣਾ ਜਾ ਕੇ ਉੱਥੇ ਪੜ੍ਹਾਉਣ ਜੋ ਵੀ ਸੀਗਾ ਸਕੂਲ ਦੇ ਵਿੱਚ ਉਹਦੀ ਡਿਊਟੀ ਕਰਨ ਲੱਗ ਗਈ। ਮੁੜ ਕੇ ਸਕੂਲ ਬੰਦ ਹੋਇਆ ਤੇ ਮੁੜ ਕੇ ਹਾਹਾਕਾਰ ਮਚ ਗਈ। ਉਹਨੇ ਚਲੋ 30 ਡਿਗਰੀ ਤਾਂ ਮਤਲਬ ਬਾਹਰ ਟੈਂਪਰੇਚਰ ਸੀਗਾ, ਗੱਡੀ ਤੁਸੀਂ ਜਰਾ ਕੁ ਬੰਦ ਕਰੋ ਤੇ 40 ਤੇ ਪਹੁੰਚਦਿਆਂ ਤੇ ਲੱਗਦੇ ਕੁਝ ਮਿੰਟ ਤੇ ਉੱਥੇ ਤੇ ਉਹ ਸਾਰਾ ਦਿਨ ਉਹ ਨੰਨਾ ਬੱਚਾ ਜੀ ਵੀ ਚਲੋ ਉੱਥੇ ਜਦੋਂ ਸੀ ਤੇ ਫਿਰ ਉਸ ਲਿਹਾਜ਼ ਨਾਲ ਉਹਦੀ ਜੀ ਪੀ ਉਹ ਗਰਮੀ ਦੇ ਕਰਕੇ ਮੌਤ ਹੀ ਜਿਹੜੀ ਆ ਜੀ ਪੀ ਹੋ ਗਈ ਆ। ਸੋ ਇਸ ਤਰ੍ਹਾਂ ਜੀ ਵੀ ਹੁਣ ਇਸ ਤੇ ਤੁਹਾਨੂੰ ਪਤਾ ਵੀ ਇੰਟਰਨੈਸ਼ਨਲ ਲੈਵਲ ਤੇ ਇਸ ਤਰ੍ਹਾਂ ਦੀ ਖਬਰ ਜਿਹੜੀ ਆ ਉਹ ਚਲੇ ਜਾਂਦੀ ਆ ਤੁਰੰਤ ਜੀ। ਅਲਰਟ ਵੀ ਕਮਿਊਨਿਟੀ ਨੂੰ ਇਹਦੇ ਤੇ ਫਿਰ ਹੁੰਦਾ ਜੀ ਵੀ ਸਭ ਕੁਝ ਆਪਾਂ ਫਿਰ ਸਬਕ ਸਿੱਖਣੇ ਹੁੰਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਇਨਫੋਰਮੇਸ਼ਨ ਦਾ ਉਹ ਸਾਂਝੀ ਕਰਨ ਦਾ ਪਰਪਜ਼ ਇਹ ਹੁੰਦਾ। ਸੋ ਹੁਣ ਕਿਸ ਤਰੀਕੇ ਦਾ ਸਟ੍ਰੈਸ ਇਸ ਔਰਤ ਦੇ ਇਹ ਜਿਹੜੀ ਡਾਇਆਨਾ ਸਮਿਥ ਆਪਣੀ ਮਾਈਂਡ ਦੇ ਵਿੱਚ ਸੀ ਕਿ ਵੀ ਉਹ ਡੇ ਕੇਅਰ ਵੀ ਭੁੱਲ ਗਈ, ਮੁੜ ਕੇ ਉਹ ਬੱਚੇ ਨੂੰ ਕੱਢਣਾ ਵੀ ਭੁੱਲ ਗਈ, ਮੁੜ ਕੇ ਉਹਨੂੰ ਸਾਰਾ ਦਿਨ ਉੱਥੇ ਸਕੂਲੇ ਪੜ੍ਹਾਉਂਦੀ ਨੂੰ ਚੇਤਾ ਹੀ ਨਹੀਂ ਆਇਆ ਆਪਣੇ ਬੱਚੇ ਦਾ। ਹੈ 6 ਘੰਟੇ ਇੱਕ ਮਾਂ ਨੂੰ ਜਾਣੀ ਆਪਣੇ 23 ਮਹੀਨਿਆਂ ਦੇ ਬੱਚੇ ਦਾ ਚੇਤਾ ਹੀ ਨਹੀਂ ਆਇਆ। ਸੋ ਜਾਂ ਫਿਰ ਉਹਦੇ ਮਾਈਂਡ ਨੇ ਵਰਕ ਹੀ ਨਹੀਂ ਕੀਤਾ ਜਾਂ ਉਹਦਾ ਮਾਈਂਡ ਕਹਿੰਦਾ ਰਿਹਾ ਵੀ ਹਾਂਜੀ ਮੈਂ ਉਹਨੂੰ ਡੇ ਕੇਅਰ 'ਚ ਜਦੋਂ ਅੱਗੇ ਛੱਡ ਕੇ ਆਉਣੀ ਆ ਵੀ ਛੱਡ ਆਈ ਉਹ ਮੰਗੀ ਜਾਂ ਉਹਦੇ ਮਾਈਂਡ 'ਚ ਕੀ ਪਲੇ ਕਰਦਾ ਸੀ। ਤੇ ਹੁਣ ਗਾਂ ਉਹ ਪ੍ਰੋਪਰ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਆ। ਸੋ ਕੁੱਲ ਮਿਲਾ ਕੇ ਇਹ ਹੈ ਜੀ ਕਿ ਸਵੇਰੇ ਸਕੂਲ ਜਦੋਂ ਲੱਗਿਆ ਉਸ ਵੇਲੇ ਦਾ ਉਹ ਗੱਡੀ ਦੇ ਵਿੱਚ ਬੰਦ ਬੱਚਾ 3:45 ਵਜੇ ਬਾਅਦ ਦੁਪਹਿਰ ਪੁਲਿਸ ਨੂੰ ਜਿਹੜੀ ਆ ਕਾਲ ਗਈ ਆ, ਫਿਰ ਕਿਤੇ ਜਾ ਕੇ ਜੀ ਪੀ ਉਹਨੂੰ ਕੱਢਿਆ ਜਾ ਸਕਿਆ ਕਹਿ ਲਓ। ਸੋ ਇਸ ਤਰ੍ਹਾਂ ਜੀ ਵੀ ਆਪਣੇ ਆਪ ਦੇ ਵਿੱਚ ਜਿੰਨਾ ਵੀ ਆਪਾਂ ਦੁੱਖ ਦਾ ਪ੍ਰਗਟਾਵਾ ਕਰੀਏ ਘੱਟ ਹੈ, ਕਿਉਂਕਿ ਜੇ ਪਿਕਚਰ ਉਹ ਬੱਚੇ ਦੀ ਦੇਖੀ ਜਾਵੇ ਵਿਚਾਰੇ ਦੀ ਹਾਂਜੀ ਕੀ ਲੈ ਗਿਆ ਜ਼ਿੰਦਗੀ ਦੇ ਵਿੱਚ, ਕੀ ਆਇਆ ਸੀ ਸੰਸਾਰ ਦੇ ਵਿੱਚ ਜੇ 84 ਲੱਖ ਜੂਨਾਂ ਤੋਂ ਬਾਅਦ ਇਹੀ ਜੀਵਨ ਸੀ ਤੇ ਇੰਨਾ ਕੁ ਸ਼ਾਰਟ ਲਾਈਫ ਉਹਨੂੰ ਮਿਲੀ ਸੀ ਅਕਾਲ ਪੁਰਖ ਪਰਮਾਤਮਾ ਦੀ। ਸੋ ਇਸ ਤਰ੍ਹਾਂ ਕਰਕੇ ਉਹਦੀ ਮੌਤ ਜਿਹੜੀ ਅੱਜ ਹੋਈ ਆ ਉੱਥੇ। ਉਧਰੋਂ ਜੌਲ ਸਾਹਿਬ ਇੱਕ ਹੋਰ ਅਹਿਮ ਖਬਰ ਸਾਹਮਣੇ ਆ ਰਹੀ ਸੀ ਕੱਲ ਜਿਹੜੀ ਆਈ 46 ਮਾਈਗ੍ਰੈਂਟਸ ਜਿਹੜੀ ਸਮਗਲ ਕੀਤੇ ਗਏ ਇਨਟੂ USA ਫਰੋਮ ਮੈਕਸੀਕੋ। ਕਾਫੀ ਵੱਡੀ ਤਾਦਾਦ ਦੇ ਵਿੱਚ ਲਾਸ਼ਾਂ ਲੱਭੀਆਂ ਉਹਦੇ ਵਿੱਚ, ਟਰੱਕ ਟ੍ਰੇਲਰ ਦੇ ਵਿੱਚ ਸਾਈਡ ਦੇ ਉੱਤੇ ਟਰੱਕ ਛੱਡਿਆ ਗਿਆ ਜੀ ਇਨ ਸੈਨ ਡਿਏਗੋ ਟੈਕਸਸ ਦੇ ਵਿੱਚ। ਇਹ ਵੀ ਕਾਫੀ ਵੱਡੀ ਖਬਰ ਆ। ਵੇਲੋ ਕਿ ਲੋਕੀ ਕੀ ਕੁਛ ਕਰਦੇ ਨੇ ਇੱਥੇ ਈਵਨ ਐਂਟਰ ਕਰਨ ਨੂੰ USA ਦੇ ਵਿੱਚ। ਜਾਨਾਂ ਤਲੀਆਂ ਤੇ ਰੱਖੀਆਂ ਹੋਈਆਂ ਨੇ ਜੀ। ਇਹੋ ਜਿਹੇ ਮੌਕੇ ਤੇ ਆਪਾਂ ਕਹਿੰਦੇ ਹੁੰਦੇ ਆ ਵੀ ਭਾਈ ਜਦੋਂ ਘਰਾਂ ਤੋਂ ਚੱਲਣਾ ਨਾ ਉਦੋਂ ਜਿਹੜੇ ਮੁਲਕ ਵੱਲ ਨੂੰ ਚੱਲੇ ਹੋ ਉਹਦੀਆਂ ਸਿਫਤਾਂ ਬਾਰੇ ਜੇ ਸੁਣ ਲਿਆ ਸੀ ਤੇ ਉਹਦੇ ਨੁਕਸ ਅੱਜ ਕੱਲ ਗੂਗਲ ਕਰਨ ਦੀ ਸੰਭਾਵਨਾ ਘਰ ਦੇ ਵਿੱਚ ਹੀ ਮੌਜੂਦ ਆ, ਤੁਹਾਡੇ ਫੋਨ 'ਚ ਹੀ ਮੌਜੂਦ ਆ। ਇਹ ਨੀ ਗਾ ਵੀ ਉੱਥੇ ਪਹਿਲਾਂ ਕਿਸੇ ਦਿਨ ਚਾਅ ਨਾਲ ਬੜੀ ਚਾਹਤ ਨਾਲ ਪਹੁੰਚੋ
ਮੁੜ ਕੇ ਪੈਰ ਲੱਗਦਿਆਂ ਸਾਰੀ ਜਾਣੇ ਫਿਰ ਉਹਦੇ ਵਿੱਚ ਤੁਹਾਨੂੰ ਨੁਕਸ ਵੀ ਲੱਭਣ ਲੱਗ ਜਾਣ। ਨੁਕਸ ਤਾਂ ਸਾਰੀ ਧਰਤੀ ਤੇ ਹੀ ਆ। ਸਾਰੀ ਧਰਤੀ ਦਾ ਮਤਲਬ ਆਪਾਂ ਵੀ ਧਰਤੀ ਦੇ ਉੱਤੇ ਹੀ ਆ। ਆਪਾਂ ਵੀ ਧਰਤੀ ਦੇ ਦਾ ਮਤਲਬ ਉਹ ਭਾਈ ਜੇ ਨੁਕਸ ਕਿਤੇ ਬਾਹਰ ਆ ਤੇ ਸਾਡੇ 'ਚ ਸਭ ਤੋਂ ਪਹਿਲਾਂ ਆ। ਆਪਣੇ ਨੁਕਸ ਕੱਢ ਲਏ, ਧਰਤੀ ਕਾਇਨਾਤ ਠੀਕ ਹੀ ਆ, ਬਹੁਤ ਵਧੀਆ ਜੀਵਨ ਸਿਰਜਿਆ ਜਾ ਸਕਦਾ। ਸੋ ਇਸ ਕਰਕੇ ਕੈਨੇਡਾ ਅਮਰੀਕਾ ਦੇ ਵਿੱਚ ਜਨਮੇ ਹੋਏ ਲੋਕ, ਇੱਥੇ ਵਿਦੇਸ਼ਾਂ ਤੋਂ ਬੜੀ ਚਾਹਤ ਨਾਲ ਕਿਸੇ ਦਿਨ ਪਹੁੰਚੇ ਹੋਏ ਲੋਕ, ਉਹਨਾਂ ਨੂੰ ਜੇ ਨੁਕਸ ਲੱਭਦੇ ਆ ਤੇ ਤੁਸੀਂ ਦੇਖੋ ਵੀ ਕਰੋੜਾਂ ਹੀ ਲੋਕ, ਲੱਖਾਂ ਹੀ ਲੋਕ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਨੇ ਕਿ ਜਾਨਾਂ ਤਲੀਆਂ ਤੇ ਰੱਖੀਆਂ ਹੋਈਆਂ ਵੀ ਕਿਸੇ ਤਰ੍ਹਾਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਪਹੁੰਚ ਜਾਈਏ ਜੀ। ਤੇ ਸਾਨੂੰ ਪਹੁੰਚੇ ਹੋਏ ਲੋਕਾਂ ਨੂੰ ਜੇ ਭੱਲ ਨਾ ਪਤੇ ਤੇ ਇਹ ਤੋਂ ਬਾਅਦ ਦੁੱਖ ਦੀ ਤਰਾਸਦੀ ਹੋਰ ਕੀ ਹੋ ਸਕਦੀ ਆ। ਸੋ ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿੰਨਾ ਕਠੋਰ ਜੀਵਨ ਹੈ ਮਨੁੱਖਾਂ ਦਾ, ਸਾਰੀ ਧਰਤੀ ਦੇਖੀ ਆ ਅਸੀਂ, ਉਹਨਾਂ ਕਠੋਰ ਅਵਸਥਾਵਾਂ ਤੋਂ ਸਾਡਾ ਇੱਥੇ ਕਿੰਨਾ ਬਚਾਅ ਆ। ਸੋ ਇਹ ਸਹੂਲਤਾਂ ਵਾਲੇ ਜੀਵਨ ਨੂੰ ਮਾਣਦਿਆਂ ਸਾਨੂੰ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਜੀ। ਇਹ ਭੱਲ ਪਚਣੀ ਚਾਹੀਦੀ ਹੈ। ਇਹ 46 ਲਾਸ਼ਾਂ ਇਹ ਕੋਈ ਪਹਿਲਾਂ ਥੋੜ੍ਹਾ ਹੋਇਆ, 1998 ਤੋਂ ਜਾਣੀ ਕਿ ਉਹਨਾਂ ਨੇ ਡਾਟਾ ਹੀ ਇਹ ਰੱਖਣਾ ਸ਼ੁਰੂ ਕੀਤਾ ਵੀ ਕਿੰਨੇ ਕੁ ਬਾਰਡਰ ਤੇ ਹਰ ਸਾਲ ਮਰ ਜਾਂਦੇ ਆ। ਅਰਸ਼ਪੀ ਤੁਸੀਂ ਦੇਖੋ ਪਿਛਲੇ 12 ਮਹੀਨਿਆਂ 'ਚ 550 ਤੋਂ ਜ਼ਿਆਦਾ ਲਾਸ਼ਾਂ। 550 ਤੋਂ ਜ਼ਿਆਦਾ। ਤੇ ਅਸੀਂ ਇੱਥੇ ਮਤਲਬ 125 ਤੇ ਹੋਣ ਵਾਲਾ ਆ ਜਿਹੜਾ ਇੱਥੇ ਅਰੈਸਟ ਹੋ ਗਏ ਆ ਸਾਲ ਚੜ੍ਹਨ ਤੋਂ ਬਾਅਦ ਹੀ। ਅੱਜ 179ਵਾਂ ਦਿਨ ਆ। 111 ਅਫੀਸ਼ੀਅਲੀ ਜਾਣੀ ਪੰਜਾਬੀ ਤੇ ਪੰਜਾਬਣਾ ਹੀ ਫੜ ਹੋ ਗਏ ਆ ਵੱਖ-ਵੱਖ ਅਪਰਾਧਾਂ ਦੇ ਵਿੱਚ। ਤੇ ਭੱਲ ਨਾ ਪਚਣ ਵਾਲੀ ਹੋਰ ਗੱਲ ਕੀ ਹੁੰਦੀ ਆ ਫਿਰ ਜੀ। ਸੋ ਇਸ ਕਰਕੇ ਜੀ ਵੀ ਇਹਦੇ ਵਿੱਚ 4 ਬੱਚੇ ਵੀ ਸੀਗੇ ਜਿਹੜੇ ਆ, 16 ਤਾਂ ਹਸਪੀਟਲ ਦੇ ਵਿੱਚ ਪਹੁੰਚਾਏ ਆ ਉਹਨਾਂ ਨੇ। ਮਤਲਬ ਇੱਕ ਟਰੱਕ ਹੈ, 46 ਲਾਸ਼ਾਂ, 16 ਹਸਪਤਾਲ ਦੇ ਵਿੱਚ ਪਹੁੰਚੇ ਨੇ। ਤੁਸੀਂ ਦੇਖੋ ਵੀ ਇੱਕ ਟਰੱਕ ਦੇ ਵਿੱਚ ਕਿੰਨੀ ਕੁ ਜਗ੍ਹਾ ਹੈ ਟ੍ਰੇਲਰ। ਸੋ ਤਦ ਕਰਕੇ ਇਹ ਜੀ ਵੀ ਇਹ ਵੀ ਉਹਨਾਂ ਨੂੰ ਜਿੱਦਾਂ ਬੱਚਾ ਗੱਡੀ 'ਚ ਬੰਦ ਸੀ, ਇਹ ਵੀ ਲੱਗਦਾ ਵੀ ਬੰਦ ਹੀ ਸੀਗੇ ਜੀ। ਕੋਈ ਹਵਾ ਪਾਣੀ ਅੰਦਰ ਜਦੋਂ ਨਹੀਂ ਪਹੁੰਚਿਆ ਤੇ ਫਿਰ ਉਸ ਲਿਹਾਜ਼ ਨਾਲ ਇਹ ਟਰੱਕ ਦੇ ਵਿੱਚ ਲਵਾਰਸ ਹੀ ਹੈ, ਸੈਨ ਐਂਟੋਨੀਓ ਦੇ ਲਾਗੇ ਲਵਾਰਸ ਜਗ੍ਹਾ ਦੇ ਵਿੱਚ ਵੀਰਾਨ ਜਗ੍ਹਾ ਤੇ ਕਹਿ ਲਓ ਵੀ ਖੜਾ ਕਰਕੇ ਉਹ ਟਰੱਕ ਆਈਸੋਲੇਟਡ ਰੋਡ ਦੇ ਉੱਤੇ ਚਲੇ ਗਏ ਨੇ ਜੀ। ਔਰ ਕੁਛ ਵਿਅਕਤੀ ਜਿਹੜੇ ਸਸਪੈਕਟ ਆ ਉਹ ਅਰੈਸਟ ਤਾਂ ਹੋਏ ਆ, ਪਰ ਇਹ 18 ਵੀਲਰ ਜਿਹੜਾ ਕੋਈ ਵੱਡਾ ਟ੍ਰੇਲਰ ਸੀਗਾ ਉਹਦੇ ਵਿੱਚ ਇੰਨੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਹੈਗੇ ਆ ਉਹਨਾਂ ਦੀਆਂ ਬੋਡੀਜ਼ ਇਹ ਮਿਲੀਆਂ ਜੀ। ਇਹ ਇੱਕ ਖਬਰ ਇਹ ਨਹੀਂ ਹੈਗਾ ਵੀ ਉਹ ਤਰਸ ਰਹੇ ਆ। ਆਪਾਂ ਵੀ ਇੱਕ ਦਿਨ ਤਰਸਦੇ ਸੀ ਭਾਈ। ਆਪਾਂ ਆ ਕੇ ਅੱਜ ਨੁਕਸ ਕੱਢ ਰਹੇ ਆ। ਇਹ ਜਾਨਾਂ ਤਲੀਆਂ ਤੇ ਰੱਖ ਹੋਈਆਂ ਹੈ ਜੀ। ਝੀਲ 'ਚ ਡੁੱਬ ਰਿਹਾ ਜੀ, ਕੋਈ ਕਹਿ ਲਓ ਵੀ ਆ ਸਮੁੰਦਰ ਵਿੱਚ ਡੁੱਬ ਰਹੇ ਆ ਪਹੁੰਚਣ ਲਈ। ਉੱਥੋਂ ਮੈਕਸੀਕੋ ਤੋਂ ਬਥੇਰੀਆਂ ਤੈਰਾਕੀਆਂ ਲੱਗਦੀਆਂ, ਅਫਰੀਕਾ ਤੋਂ ਯੂਰਪ ਆਉਣ ਲਈ ਬਥੇਰਾ ਕਿਸ਼ਤੀਆਂ ਡੁੱਬਦੀਆਂ। ਜਹਾਜ਼ ਦੇ ਟਾਇਰਾਂ ਵਾਲੀ ਜਗ੍ਹਾ ਅਸੀਂ ਬੈਠਣ ਨੂੰ ਭਾਲਦੇ ਆ ਜੇ ਅਸੀਂ ਹਨਾ ਸਿੱਧੀ ਤਰ੍ਹਾਂ ਨਾ ਆ ਸਕੀਏ। ਕੀ ਅਸੀਂ ਨਹੀਂ ਕਰਦੇ ਤੇ ਕਿਹੜੇ ਫਿਰ ਨੁਕਸ ਆ ਕੇ ਇੱਥੇ ਆਪਾਂ ਨਹੀਂ ਕੱਢਦੇ ਹਨਾ। ਰਾਈਟ। ਇਸ ਕਰਕੇ ਸਾਡੀ ਬੇਨਤੀ ਇੰਨੀ ਆ ਵੀ ਜਿਹੜੇ ਪਹੁੰਚੇ ਹੋਏ ਆ ਭੈਣ ਭਰਾ ਉਹਨਾਂ ਨੂੰ ਭੱਲ ਪਚਣੀ ਚਾਹੀਦੀ ਆ। ਓਨਲੀ ਸਾਡੀ ਰਿਕੁਐਸਟ ਇੰਨੀ ਹੈ। ਆਲਰਾਈਟ, ਤੁਸੀਂ ਸੁਣ ਰਹੇ ਸੀ ਸਤਪਾਲ ਸਿੰਘ ਜੌਲ ਜੀ ਨੂੰ, ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਉਣ ਵਾਲੇ ਮਿਊਨਿਸਪਲ ਇਲੈਕਸ਼ਨਸ ਦੇ ਵਿੱਚ ਐਜ਼ ਅ ਸਕੂਲ ਟਰਸਟੀ ਕੈਂਡੀਡੇਟ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਤੁਹਾਡੇ ਵਾਸਤੇ ਹਾਜ਼ਰ ਨੇ ਜੀ। ਤੁਸੀਂ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਇਹਨਾਂ ਨੂੰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ, ਇਹਨਾਂ ਨੂੰ ਸਪੋਰਟ ਕਰਨਾ ਚਾਹੁੰਦੇ ਹੋ, ਜਾਂ ਇਹਨਾਂ ਦੇ WhatsApp ਗਰੁੱਪ ਦੇ ਵਿੱਚ ਨਿਊਜ਼ ਵਿਊਜ਼ ਗੱਲਾਂ ਬਾਤਾਂ ਦੇ ਨਾਲ ਜੁੜਨਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨੰਬਰ ਯਾਦ ਰੱਖਣਾ, ਸਤਪਾਲ ਸਿੰਘ ਜੌਲ 4168953784 4168953784 ਤੇ ਜੌਲ ਸਾਹਿਬ ਦੇ ਨਾਲ ਡਾਇਰੈਕਟਲੀ ਗੱਲਬਾਤ ਕੀਤੀ ਜਾ ਸਕਦੀ ਹੈ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜਸ, ਬਹੁਤ ਬਹੁਤ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।